अस्सलाम वालेकुम जी, वेलकम हो गया यूट्यूब के नवे आने वाले दोस्तों को। लो जी भाजन, वही मसला हो गया चेहरा झांसी, लोर दियाँ बाजियाँ हो गई कैंसल। उस्ताद मिठू लाली ते उस्ताद हसन अली लोर चो इंज गए ने कि जिमें किसी मेहमान को हाथ चो फड़ के ना हाथ फड़ के आवे चलो भाजन हुण घर बड़े दिन हो गए ने, तुसीं ईद मनान आए सी या मेला वेखण आए सी या शौक करन आए सी। ਤੇ ਕਸੂਰ ਉਹਨਾਂ ਦਾ ਤੇ ਹੈ ਕੋਈ ਨਹੀਂ ਸੀ, ਕਸੂਰ ਤੇ ਸੀ ਸੋਸ਼ਲ ਮੀਡੀਆ ਦਾ। ਜਿਹੜੇ ਉਸਤਾਦ ਚੇਅਰਮੈਨ ਸਾਹਿਬ ਸੀਨੀਅਰ ਉਹਨਾਂ ਨੂੰ ਮਤਲਬ YouTube ਤੇ TikTok ਤੇ ਮਤਲਬ ਮੁxtਲਿਫ ਜਗ੍ਹਾ ਤੇ ਮੁxtਲਿਫ ਚੀਜ਼ਾਂ ਦੀ ਤਸਵੀਰਾਂ ਬਣਾ ਕੇ ਉਹਨਾਂ ਦੀ ਦਿਲਜ਼ਾਰੀ ਕੀਤੀ ਜਾ ਰਹੀ ਸੀ। ਜਦੋਂ ਸਾਡੇ ਜਿਹੜੇ ਕੁਝ ਦੋਸਤ ਨੇ ਉਹਨਾਂ ਨੇ ਐਕਸ਼ਨ ਲਿੱਤਾ, ਉਸਤਾਦ ਮੁਬਸ਼ਰ ਖੁਸ਼ ਗੁੱਗਰ ਕੋਲ ਗਈ, ਉਸਤਾਦ ਮੁਸਤਰ ਮਹਿੰਦੀ ਕੋਲ ਗਈ, ਸਾਰਿਆਂ ਕੋਲ ਜਦੋਂ ਵੀਡੀਓ ਵਕਫਨ ਬਾਈ ਵਕਫਨ ਪਹੁੰਚੀਆਂ ਲਾਹੌਰ ਦੇ ਕਾਫੀ ਗਰੁੱਪਾਂ 'ਚ ਮਸਲੇ ਪੈਦਾ ਹੋਏ। ਜਿੱਤੀ ਹੋਈ ਬਾਜ਼ੀਆਂ ਔਰ ਇਹ ਕਿਹਾ ਜੀ ਇਸ ਗੱਲ ਨੂੰ ਛੱਡੋ, ਸਭ ਤੋਂ ਪਹਿਲੇ ਉਹ ਬੰਦਾ ਮੰਜ਼ਰ ਆਮ 'ਤੇ ਲੈ ਕੇ ਆਓ ਜਿਹਨੇ ਗਰੁੱਪਾਂ ਦੇ ਵਿੱਚ ਗਾਲਾਂ ਅਬਿਊਜ਼ਿੰਗ ਕੀਤੀ, ਠੀਕ ਹੈ। ਅਤੇ ਉਹਨਾਂ ਨੇ ਕਿਹਾ ਜੀ ਭਾਜਨ ਸਾਨੂੰ ਤਾਂ ਪਤਾ ਹੀ ਨਹੀਂ। ਉਸਤਾਦ ਮਿੱਠੂ ਲਾਲੀ ਅਤੇ ਹਸਨ ਲਾਲੀ ਨੇ ਕਿਹਾ ਸਾਨੂੰ ਤਾਂ ਪਤਾ ਹੀ ਨਹੀਂ ਗਾ ਕਿ ਇਹਨਾਂ ਨੇ ਕੋਈ ਇਹੋ ਜਿਹੀ ਗੱਲ ਕੀਤੀ, ਅਸੀਂ ਇਸ ਬੰਦਿਆਂ ਨੂੰ ਨਹੀਂ ਜਾਣਦੇ, ਠੀਕ ਹੈ। ਲਿਹਾਜ਼ਾ ਚਲੋ ਨਹੀਂ ਸੀ ਜਾਣਦੇ ਨਾ, ਤੁਹਾਡਾ ਕੰਮ ਸੀ, ਉਸਤਾਦ ਮਿੱਠੂ ਲਾਲੀ ਹੋਣਾ ਦਾ ਕੰਮ ਹੈਗਾ ਸੀ ਕਿ ਜਨਾਬ ਤੁਸੀਂ ਸਾਨੂੰ ਇੱਕ ਮੌਕਾ ਦੇਵੋ ਆਪਣਾ ਮੌਕਾ ਬਿਆਨ ਕਰਨ ਵਾਸਤੇ, ਠੀਕ ਹੈ। ਤੁਸੀਂ ਉੱਥੇ ਉਸਤਾਦ ਹਸਨ ਲਾਲੀ ਨੂੰ ਚਾਹੀਦਾ ਸੀ ਇੱਕ ਵੀਡੀਓ ਬਿਆਨ ਬਣਾਉਂਦੇ, ਜਿਹੜਾ ਬੰਦਾ ਇਹਨਾਂ ਦੇ ਨਾਲ ਰਲ ਕੇ ਯਾਨੀ ਕਿ ਇਹਨਾਂ ਦੀ ਬੈਕ 'ਤੇ ਰੱਖ ਕੇ ਬੋਲ ਰਿਹਾ ਸੀ ਨਾ, ਜਿਸ ਬੰਦੇ ਦੀਆਂ ਜ਼ਿਆਦਾ ਵਾਇਸਾਂ ਮਤਲਬ ਚਲੀਆਂ ਨੇ, ਉਹਦੇ ਖਿਲਾਫ ਇਹ ਵੀਡੀਓ ਬਣਾਉਂਦੇ, ਉਹਨੂੰ ਖਿੱਚਦੇ, ਉਹਨੂੰ ਦਲੀਲ ਕਰਦੇ, ਉਹਨੂੰ ਦੱਸਦੇ ਕਿ ਉਸਤਾਦਾਂ ਦਾ ਇਹਤਰਾਮ ਕਿਸ ਤਰ੍ਹਾਂ ਹੋਈਦਾ। ਉਹ ਬੰਦਾ ਤੁਹਾਡੇ ਸ਼ੌਕ ਦਾ ਬੇੜਾ ਗਰਕ ਕਰਕੇ ਚਲੇ ਗਿਆ, ਠੀਕ ਹੈ, ਤੁਹਾਨੂੰ ਹੀਰੋ ਤੋਂ ਜ਼ੀਰੋ ਕਰਕੇ ਚਲੇ ਗਿਆ। ਐਡੀ ਮੁਖਾਲਫਤ ਪਾਤੀ ਉਹਨੇ ਲੋਹਰੀਆਂ ਅਤੇ ਚਣਿਓਟੀਆਂ ਦੇ ਵਿੱਚ ਕਿ ਜਨਾਬ ਉਹ ਬਾਜ਼ੀਆਂ ਕੈਂਸਲ ਕਰਨ 'ਤੇ ਚਲੇ ਗਏ। ਤੁਸੀਂ ਉਸ ਬੰਦੇ ਨੂੰ ਮੰਜ਼ਰ ਆਮ 'ਤੇ ਨਹੀਂ ਲੈ ਕੇ ਆਏ, ਚਲੋ ਤੁਹਾਡਾ ਸੀ ਕਿ ਤੁਸੀਂ ਮੰਜ਼ਰ ਆਮ 'ਤੇ ਨਹੀਂ ਲੈ ਕੇ ਆਏ, ਕਮ ਸੇ ਕਮ ਉਹਦੇ ਖਿਲਾਫ ਵੀਡੀਓ ਬਣਾ ਦਿੰਦੇ, ਕਿਸੇ ਤਰੀਕੇ ਨਾਲ ਉਸਤਾਦ ਲਾਹੌਰ ਦੇ ਉਸਤਾਦਾਂ ਦਾ ਤੁਸੀਂ ਦਿਲ ਜਿੱਤ ਲੈਂਦੇ, ਪਰ ਬਾਜ਼ੀਆਂ ਕੈਂਸਲ ਨਾ ਹੋਣ ਦਿੰਦੇ। ਇੱਕ ਬੰਦੇ ਨੇ ਜਦੋਂ ਕਹਿ ਤਾ ਸੀ ਨਾ ਕਿ ਬਾਜ਼ੀਆਂ ਕੈਂਸਲ ਕਰਨੀ ਹੈ, ਮੇਰਾ ਖਿਆਲ ਹੈ ਕਿ ਦੂਸਰੇ ਵੱਲੋਂ ਵੀ ਉਨੀ ਹੀ ਢਿੱਲ ਸੀ ਕਿ ਚਲੋ ਕੈਂਸਲ ਹੋ ਹੀ ਜਾਣ। ਅਤੇ ਨਾਲੇ ਤੁਹਾਨੂੰ ਪਤਾ ਹੈ ਇੱਕ ਵੀਡੀਓ ਦੇ ਵਿੱਚ ਸਾਫ਼ ਲਾਹੌਰ ਦੇ ਉਸਤਾਦਾਂ ਨੇ ਕਿਹਾ ਕਿ ਉਸਤਾਦ ਮਿੱਠੂ ਲਾਲੀ ਦੇ ਜਿਹੜੇ ਉਸਤਾਦ ਸਨ ਨਾ, ਉਹਨਾਂ ਨਾਲ ਸਾਡੀ ਕਮਿਟਮੈਂਟ ਹੋਈ ਹੈ, ਗੱਲਬਾਤ ਹੋਈ ਹੈ, ਉਹਨਾਂ ਦਾ ਵੀ ਇਹੀ ਫੈਸਲਾ ਸੀ ਕਿ ਬਾਜ਼ੀਆਂ ਕੈਂਸਲ ਹੋ ਜਾਣੀਆਂ ਚਾਹੀਦੀਆਂ, ਠੀਕ ਹੈ। ਸਿਰਫ ਲਾਹੌਰ 'ਚ ਬੈਠ ਕੇ ਨਹੀਂ ਫੈਸਲਾ ਹੋਇਆ, ਇਹ ਬੜੇ ਸੀਨੀਅਰ ਉਸਤਾਦਾਂ ਨੇ ਮਿਲ ਕੇ ਫਿਰ ਫੈਸਲਾ ਕੀਤਾ ਅਤੇ ਲਿਹਾਜ਼ਾ ਬੇੜਾ ਗਰਕ ਹੋਵੇ ਉਹ ਲੋਕਾਂ ਦਾ ਜਿਹੜੇ ਭਾਜਨ ਐਵੇਂ ਬਿਲਾ ਵਜ੍ਹਾ ਦੀਆਂ ਵੀਡੀਓ ਲਾਈ ਜਾ ਰਹੇ ਸੀ ਸੋਸ਼ਲ ਮੀਡੀਆ 'ਤੇ। ਕੋਈ ਟਿਕਟੋਕ 'ਤੇ ਆ ਰਹੇ ਸੀ, ਕੋਈ ਛਿੱਤਰ ਫੜ ਕੇ ਲੈ ਕੇ ਆ ਰਹੇ ਸੀ। ਹੁਣ ਛਿੱਤਰ ਜਿਹਨੇ ਉਹ ਫੜਿਆ ਹੋਇਆ ਸੀ ਜੁੱਤੀ, ਉਹਨੂੰ ਬੰਦਾ ਅੱਲਾ ਦੇ ਬੰਦੇ ਨੂੰ ਪੁੱਛੋ ਕਿ ਤੈਨੂੰ ਕੀ ਮਿਲਿਆ ਸ਼ੌਕ ਦਾ ਬੇੜਾ ਗਰਕ ਕਰਕੇ। ਲਾਹੌਰ 'ਚੋਂ ਕਿਹੜੇ ਬੰਦੇ ਨੇ ਜੁੱਤੀ ਫੜ ਕੇ ਵੀਡੀਓ ਬਣਾਈ? ਕੋਈ ਯਾਰ ਤੁਹਾਡੇ 'ਚ ਹਯਾ ਹੀ ਨਹੀਂ ਗਈ। ਉਸ ਤੋਂ ਬਾਅਦ ਉਸ ਬੰਦੇ ਦਾ ਵੀਡੀਓ ਬਣੇ ਆਣ ਆਇਆ ਜੀ ਮੈਂ ਮਾਜ਼ਰਤ ਚਾਹੁੰਦਾ, ਮੈਂ ਇੰਜ ਕਰਨਾ, ਮੈਂ ਫਲਾਨਾ। ਉਹ ਲੱਖ ਦੀ ਲਾਹਨਤ ਹੈ ਭਾਈ ਤੇਰੀ ਸੋਚ 'ਤੇ ਵੀ, ਸਾਰੇ ਕੰਮ ਦਾ ਬੇੜਾ ਗਰਕ ਕਰਕੇ ਅਤੇ ਤੂੰ ਹੁਣ ਕਹਿੰਦਾ ਮੈਂ ਮਾਫੀ ਚਾਹੁੰਦਾ। ਤੈਨੂੰ ਇਹ ਜ਼ੇਬ ਦਿੰਦਾ ਸੀ ਕਿ ਤੂੰ ਲਾਹੌਰ ਦੇ ਉਸਤਾਦਾਂ ਵਾਸਤੇ ਇਹੋ ਜਿਹੀ ਵੀਡੀਓ ਬਣਾਵੇ? ਤੇਰੇ 'ਚ ਕੋਈ ਸ਼ਰਮ ਨਾਮ ਦੀ ਚੀਜ਼ ਹੀ ਨਹੀਂ ਹੈਗੀ। ਤੂੰ ਇਹ ਕਿਵੇਂ ਸੋਚ ਲਿਆ ਕਿ ਤੈਨੂੰ ਉੱਥੇ ਕੋਈ ਵੀ ਬੰਦਾ ਸਮਝਾਉਣ ਵਾਲਾ ਨਹੀਂ ਸੀ ਕਿ ਯਾਰ ਉਸਤਾਦਾਂ ਦੇ ਖਿਲਾਫ ਇਸ ਤਰ੍ਹਾਂ ਵੀਡੀਓ ਨਾ ਲਾ, ਠੀਕ ਹੈ। ਤੂੰ ਸਾਹਮਣੇ ਹੋਵੇ ਤੇ ਤੇਰੀ ਆਵਾਜ਼ ਨਾ ਨਿਕਲੇ ਉਸਤਾਦਾਂ ਦੇ ਖਿਲਾਫ, ਉਸਤਾਦਾਂ ਦੇ ਸਾਹਮਣੇ ਬੈਠਾ ਹੋਵੇ ਤੇ ਤੇਰੀ ਆਵਾਜ਼ ਨਾ ਨਿਕਲੇ, ਤੇਰੇ 'ਚ ਕੋਈ ਹਯਾ ਨਾਮ ਦੀ ਚੀਜ਼ ਨਹੀਂ, ਠੀਕ ਹੈ। ਉਸ ਤੋਂ ਬਾਅਦ ਕਈ ਮਤਲਬ ਇਹੋ ਜਿਹੀਆਂ ਵੀਡੀਓ ਇਹੋ ਜਿਹੀ ਰੀਡਿੰਗ ਲਿਖ ਕੇ ਸੈਂਡ ਕਰ ਰਹੇ ਸੀ ਜਿਹੜੀਆਂ ਨਾ ਕਾਬਲੇ ਕਬੂਲ ਸਨ, ਠੀਕ ਹੈ। ਸਾਡੇ ਆਪਣੇ ਲਾਹੌਰ ਦੇ ਉਸਤਾਦ ਕਾਫੀ ਦੋਸਤ ਸਾਡੇ ਨਾਲ ਨਾਰਾਜ਼ ਹੋਏ ਲਾਹੌਰ ਵਾਲਿਆਂ ਨਾਲ ਜੀ ਬਾਜ਼ੀ ਨਹੀਂ ਕੈਂਸਲ ਹੋਣੀ ਚਾਹੀਦੀ। ਭਾਈ ਇੱਕ ਬੰਦਾ ਸਲਵਾਰ ਲਾ ਕੇ ਮੋਢੇ 'ਤੇ ਰੱਖ ਲੈਂਦਾ ਖੇਡ ਦੇ ਦੌਰਾਨ, ਤੁਸੀਂ ਉਹਦੇ ਨਾਲ ਖੇਡ ਜਾਰੀ ਰੱਖੋਗੇ? ਜਾਂ ਉਹਦੀ ਜਿਹੜੇ ਆਡੀਅנס ਹੈਗੀ ਹੈ ਉਹ ਖੇਡ ਦੇ ਦੌਰਾਨ ਸਟੇਡੀਅਮ 'ਚ ਅੱਗ ਲਾ ਦਿੰਦੀ ਹੈ, ਕੀ ਤੁਸੀਂ ਸਟੇਡੀਅਮ ਦੇ ਵਿੱਚ ਮੈਚ ਰੱਖੋਗੇ ਕੰਟੀਨਿਊਸ? ਕਦੀ ਵੀ ਨਹੀਂ ਰੱਖ ਸਕਦੇ। ਜਦੋਂ ਇੱਕ ਇੰਤਸ਼ਾਰ ਏਡਾ ਵੱਡਾ ਫੈਲ ਗਿਆ, ਕੋਈ ਸੋਚ ਵੀ ਰੱਖਿਆ ਕਰੋ ਭਾਈਜਾਨ। ਜਿਹੜੇ ਬੰਦੇ ਕਹਿ ਰਹੇ ਨਾ ਉਸਤਾਦ ਮੋਇਨ ਨਵਾਜ਼ ਘੁੰਮਣ ਨੇ ਗੱਲ ਕੀਤੀ ਹੈ ਜੀ, ਨਹੀਂ ਜੀ ਬਾਜ਼ੀਆਂ ਜੀ ਕੈਂਸਲ ਨਹੀਂ ਸੀ ਹੋਣੀਆਂ ਚਾਹੀਦੀਆਂ। ਕਿਉਂ ਬਾਬਾ ਜੀ? ਤੁਹਾਨੂੰ ਸਾਰੀ ਉਮਰ ਤੁਸੀਂ ਸਿਰਫ ਸ਼ੌਕ ਹੀ ਕੀਤਾ, ਇੱਜ਼ਤ ਨਹੀਂ ਤੁਸੀਂ ਕਮਾਈ। ਇੱਜ਼ਤ ਤੁਹਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ। ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਜੀ ਬਾਜ਼ੀਆਂ ਨਹੀਂ ਸੀ ਕੈਂਸਲ ਹੋਣੀਆਂ ਚਾਹੀਦੀਆਂ?
ਇੱਕ ਬੰਦਾ ਸਟੇਡੀਅਮ ਦੇ ਵਿੱਚ ਇੱਕ ਮੈਚ ਦੇ ਜਾਂ ਗੇਮ ਦੇ ਵਿੱਚ ਉਹਨੇ ਸਲਵਾਰ ਉਤਾਰ ਕੇ ਆਪਣੇ ਮੋਢੇ ਤੇ ਰੱਖ ਲਈ ਤੇ ਤੁਸੀਂ ਕਹਿ ਰਹੇ ਹੋ ਬਾਜ਼ੀਆਂ ਕੈਂਸਲ ਨਹੀਂ ਹੋਣੀਆਂ ਚਾਹੀਦੀਆਂ। ਬੜੀ ਗੱਲ ਹੈ ਯਾਰ, ਬੜੀ ਸੋਚ ਦੀ ਗੱਲ ਹੈ। ਤੁਹਾਨੂੰ ਤੇ ਮੌਕਫ ਰੱਖਣਾ ਚਾਹੀਦਾ ਸੀ, ਉਸਤਾਦਾਂ ਦੇ ਨਾਲ ਖਲੋਣਾ ਚਾਹੀਦਾ ਸੀ ਉਸਤਾਦ ਨੂੰ ਕਿ ਉਹ ਕਹਿੰਦੇ ਕਿ ਬਿਲਕੁਲ ਉਸਤਾਦ ਮੋਇਨਵਾਜ਼ ਮੁੰਡ ਕਹਿੰਦਾ ਨਹੀਂ ਜੀ ਗੇਮ ਦੇ ਵਿੱਚ ਇੰਤਹਾਈ ਘਟੀਆ ਲਫ਼ਾਜ਼ ਬੋਲੇ ਜਾ ਰਹੇ ਨੇ। ਗੇਮ ਅਸੀਂ ਸ਼ੌਕ ਵਾਸਤੇ ਰੱਖੀ ਹੈ, ਇੱਜ਼ਤ ਖਰਾਬ ਕਰਨ ਵਾਸਤੇ ਥੋੜੀ ਰੱਖੀ ਹੈ। ਭਾਈ ਤੁਹਾਡੇ ਵਾਸਤੇ ਸਭ ਕੁਝ ਗੇਮ ਹੀ ਹੈ, ਇੱਜ਼ਤ ਬੇਇੱਜ਼ਤੀ ਤੁਹਾਡੇ ਵਾਸਤੇ ਕੋਈ ਚੀਜ਼ ਨਹੀਂ ਹੈਗੀ। ਫਿਰ ਕੋਈ ਕਹਿ ਰਿਹਾ ਜੀ ਉਹ ਯੂਨੀਵਰਸਿਟੀ 'ਚ ਦੋ ਭਾਈ ਆਏ ਸਨ, ਫਲਾਨਾ ਆਏ ਸਨ, ਯੂਨੀਵਰਸਿਟੀ ਫਲਾਨਾ ਹੋ ਗਈ ਹੈ, ਢਮਕਾਣਾ ਹੋ ਗਈ। ਭਾਈਆਂ ਯੂਨੀਵਰਸਿਟੀ ਉਂਝੀ ਹੈ, ਯੂਨੀਵਰਸਿਟੀ ਉਂਝੀ ਚੱਲ ਰਹੀ ਹੈ, ਸਿਰਫ ਸਫਾਈ ਕੀਤੀ ਹੈ 2-4 ਦਿਨ ਵਾਸਤੇ, ਠੀਕ ਹੈ ਨਾ। ਸਫਾਈ ਹੋ ਜਾਏਗੀ ਨਾ ਪੁਰਮਨਨ ਤਰੀਕੇ ਨਾਲ, ਪਹਿਲੇ ਵੀ ਉੱਡ ਰਹੇ ਸੀ ਹੁਣ ਵੀ ਉੱਡ ਰਹੇ ਆ, ਠੀਕ ਹੈ ਨਾ। ਇਹ 'ਚ ਕੋਈ ਇਸ਼ੂ ਨਹੀਂ ਹੈਗਾ ਸਾਨੂੰ। ਤੇ ਉਹ ਅੱਜ ਨਹੀਂ ਤੇ ਕੱਲ ਫਿਰ ਉਸਤਾਦ ਮਿੱਠੂ ਲਾਲੀ ਜਾਂ ਹਸਨ ਅਲੀ ਕਿਤੇ ਲਾਹੌਰ ਦੇ ਉਸਤਾਦਾਂ ਨੂੰ ਬਾਰ ਮਿਲਣਗੇ ਨਾ, ਉਹਨਾਂ ਨੂੰ ਇੱਕ ਚੀਜ਼ ਦਾ ਅਹਿਸਾਸ ਪੈਦਾ ਹੋਏਗਾ। ਸਭ ਤੋਂ ਬੇੜਾ ਗਰਕ ਜਿਹੜਾ ਹੋਇਆ ਨਾ ਸੋਸ਼ਲ ਮੀਡੀਆ ਤੇ, ਜਿਹੜੇ ਬੰਦੇ ਗਲਤ ਕਮੈਂਟਸ ਕਰ ਰਹੇ ਸੀ, ਗਲਤ ਵੀਡੀਓ ਬਣਾ ਕੇ ਸੈਂਡ ਕਰ ਰਹੇ ਸੀ, ਔਰ ਮੈਂ ਉਹਨਾਂ ਦੀ ਡੀਪੀਆਂ ਤੇ ਜਾ ਕੇ ਵੇਖਿਆ ਟੱਕੇ ਦੇ ਬੰਦੇ ਨਹੀਂ ਭਾਜਨ, ਟੱਕੇ ਦੇ ਬੰਦੇ ਤੇ ਬਸ ਲੱਗੇ ਹੋਏ ਨੇ ਦੜਾ। ਔਰ ਮੈਂ ਮਾਜ਼ਰਤ ਦੇ ਨਾਲ ਕਹਿਣਾ ਵਾ, ਮੈਂ ਖੁਦ ਉਸਤਾਦ ਦੇ ਕਮੈਂਟਸ ਲੋਕਾਂ ਨੂੰ ਕਰ ਕੀਤੇ ਹੋਏ ਮੈਂ ਆਪਣੀ ਅੱਖਾਂ ਨਾਲ ਵੇਖੇ। ਉਹਨੇ ਕਿਹਾ ਜੀ ਤੁਸੀਂ ਕਹਿੰਦੇ ਉਸਤਾਦ ਨੂੰ ਨਹੀਂ ਪਤਾ ਹੈ, ਵੇਖੋ ਉਸਤਾਦ ਨੇ ਸਾਨੂੰ ਕਮੈਂਟਸ ਕੀਤੇ ਨੇ, ਉਸਤਾਦ ਨੂੰ ਦੀ ਅਸੀਂ ਨਜ਼ਰ 'ਚ ਹੈਗੇ ਹਾਂ। ਸਾਡੇ ਨਾਂ ਤੋਂ ਵੀਡੀਓ ਬਣਾ ਕੇ ਭਾਈਆਂ ਨੇ ਚੜਾਈ ਨੇ, ਉਹ ਵੀ ਭਰਾ ਨੇ। ਮੈਂ ਹਮਾਇਓ ਦੀ ਗੱਲ ਕਰ ਰਿਹਾ ਹਾਂ, ਹਮਾਇਓ ਭਾਈ ਨੇ ਵੀਡੀਓ ਬਣਾਈ। ਇਹ ਵੇਖੋ ਜੀ ਚਾਚਾ ਜੀ, ਤੁਸੀਂ ਕਹਿੰਦੇ ਸੀ ਕਿ ਸਾਡੇ ਉਸਤਾਦਾਂ ਨੂੰ ਖਬਰ ਨਹੀਂ ਕਿ ਅਸੀਂ ਵੀਡੀਓ ਬਣਾ ਰਹੇ, ਨਾ ਕਰ ਯਾਰ ਪਿੱਛੇ ਯਾਰ ਹਮਾਇਓ ਤੇਰੀ ਗੱਲ ਨਹੀਂ ਹੋ ਰਹੀ, ਤੁਹਾਡੀ ਗੱਲ ਨਹੀਂ ਹੋ ਰਹੀ ਹਮਾਇਓ ਭਾਈ। ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕਿੰਨਾ ਗੰਦ ਫੈਲਿਆ, ਤੁਸੀਂ ਵੀ ਕੋਸ਼ਿਸ਼ ਕੀਤੀ ਹੈ ਰੋਕਣ ਵਾਸਤੇ, ਤੇ ਤੁਹਾਡੇ ਸਾਹਮਣੇ ਗੇਮ ਦਾ ਕੀ ਕਿੱਧਰ ਗਈ ਗੇਮ ਹਾਰ ਗਈ ਨਾ। ਉਹ ਜਿਹੜੇ 3 ਚੋਂ ਨਾ 13 ਚੋਂ ਉਹ ਭਾਜਨ ਆਪਣਾ ਕਾਬੂ ਵਿਖਾ ਕੇ ਚਲੇ ਗਏ। ਉਹਦੀ ਤਕਰੀਰ ਸੁਣਨ ਵਾਲੀ ਸੀ, ਜਿੰਨੇ ਉਸਤਾਦ ਚੇਅਰਮੈਨ ਦੇ ਉੱਤੇ ਤਸਵੀਰ ਤੇ ਵਾਇਸਾਂ ਲਾਈਆਂ ਨੇ। ਮਤਲਬ ਹੁਣ ਤੂੰ ਉਸ ਮੰਜ਼ਰੇ ਆਮ ਤੇ ਆ ਕੇ ਵੀਡੀਓ ਲਾ, ਉਹ ਭਾਈ ਬਣ, ਉਹਨੂੰ ਕਹਿ ਕੇ ਮੈਂ ਹੈਗਾ ਸੀ ਜੀ, ਮੈਨੂੰ ਬਹੁਤੀ ਤਕਲੀਫ ਹੋਈ ਸੀ, ਆ ਮੰਜ਼ਰੇ ਆਮ ਤੇ ਆ ਕੇ ਦੱਸ ਕਿ ਜਤੇਰੀ ਵਜ੍ਹਾ ਨਾਲ ਕਿੰਨੇ ਦਿਲਾਂ ਦੇ ਵਿੱਚ ਦਰਾਰ ਪਈ ਹੈ। ਤੂੰ ਪਤਾ ਨਹੀਂ ਇਨਸਾਨ ਘਲਾਉਣ ਦੇ ਵੀ ਕਾਬਲ ਨਹੀਂ ਹੈਗਾ ਮੇਰੇ ਹਿਸਾਬ 'ਚ। ਵੀਡੀਓ ਮੈਂ ਬਣਾਉਣੀ ਕੋਈ ਨਹੀਂ ਸੀ, ਬਸ ਦਿਲ 'ਚ ਹੈਗਾ ਸੀ ਕਿ ਯਾਰ ਕਾਫੀ ਆਡੀਅנס ਜਿਹੜੀ ਸਾਡੇ ਨਾਲ ਜੁੜੀ ਹੋਈ ਹੈ, ਉਹਨਾਂ ਨੂੰ ਮੌਕਫ ਦਾ ਪਤਾ ਲੱਗੇ। ਭਾਜਨ ਇੰਨੀ ਅੱਛੀ ਗੇਮ ਹੋ ਰਹੀ ਸੀ, ਹਾਲੇ ਤਾਂ ਗੇਮ ਅੱਧੀ ਹੋਈ ਹੈ। ਕਈ ਛੱਤਾਂ ਤੇ ਉਸਤਾਦ ਮਿੱਠੂ ਲਾਲੀ ਨੇ 4 ਫੜੀਆਂ ਹੋਈਆਂ ਸੀ, ਕਈਆਂ ਨੇ 2 ਫੜੀਆਂ ਹੋਈਆਂ ਸੀ, ਕਈਆਂ ਨੇ 3 ਫੜੀਆਂ ਹੋਈਆਂ ਸੀ, ਕਿਤੇ 3 ਬਰਾਬਰ ਹੋਈਆਂ ਹੋਈਆਂ ਸੀ, ਕਿਤੇ ਐਵਰੇਜ ਅੱਛੀ ਜਾ ਰਹੀ ਸੀ। ਮਤਲਬ ਅੱਧ ਵਿੱਚ ਘਾਰ ਦੇ ਵਿੱਚ ਖਲੋਤੇ ਸੀ ਇਹਨੇ। ਤੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਪਲੇਅਰ ਨਹੀਂ ਗਏ ਯਾਰ, ਪਲੇਅਰ ਹੈਗੇ ਸੀ ਤੇ ਲਾਹੌਰ ਦੇ ਵਿੱਚ ਆਏ ਹੋਏ ਸਨ। ਅਸੀਂ ਤੇ ਇਹ ਕਹਿੰਦੇ ਨਹੀਂ ਕਿ ਉਹ ਪਲੇਅਰ ਨਹੀਂ ਗਏ, ਪਲੇਅਰ ਹੈ ਸਨ ਤੇ ਲਾਹੌਰ ਦੇ ਵਿੱਚ ਆਏ ਸਨ, ਔਰ ਦਲੇਰ ਪਲੇਅਰ ਨੇ, ਇਹ ਵੀ ਗੱਲ ਨਹੀਂ। ਪਰ ਉਹਨਾਂ ਦੀ ਆਡੀਅנס ਜਿਹੜੀ ਉਹਨਾਂ ਦੇ ਫਾਲੋਅਰ ਸੀ ਜਾਂ ਉਹਨਾਂ ਦੇ ਖੈਰ ਖਵਾਹ ਸੀ, ਨਹਾਇਤ ਹੀ ਘਟੀਆ ਇਨਸਾਨ, ਨਹਾਇਤ ਹੀ ਘਟੀਆ। ਉਹਨੇ ਸੋਚਿਆ ਨਹੀਂ ਕਿ ਸਾਡਾ ਉਸਤਾਦ ਉੱਧਰ ਗਿਆ ਹੋਇਆ ਹੈ, ਉਹ ਬੇਗਾਨੇ ਸ਼ਹਿਰ ਦੇ ਵਿੱਚ ਗਿਆ ਹੋਇਆ ਹੈ, ਅਸੀਂ ਅੱਛੇ ਲਫ਼ਜ਼ ਬੋਲੀਏ, ਅੱਛੀਆਂ ਗੱਲਾਂ ਕਰੀਏ ਜਿਹਦੇ ਨਾਲ ਲੋਰੀਆਂ ਦੀ ਦਿਲਦਾਰੀ ਨਾ ਹੋਵੇ। ਇੱਕ ਦੋ ਵੀਡੀਓ ਲੱਗੀਆਂ, ਅਸੀਂ ਉਹਨਾਂ ਨੂੰ ਵੀ ਬੁਰਾ ਭਲਾ ਗਿਆ ਲੋਰੀਆਂ ਨੂੰ ਕਿ ਬਾਈ ਗਲਤ ਕੀਤਾ, ਉਹ ਸ਼ਰਮ ਹੀ ਨਹੀਂ ਹੈਗੀ ਯਾਰ, ਸ਼ੌਕ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਤੇ ਪਰ ਜਿਹੜੀ ਉਹਨਾਂ ਨੇ ਕੀਤੀ, ਉਹਨਾਂ ਨੇ ਤੇ ਫਿਰ ਉਹ ਗੱਲ ਉਹੀ ਜਿਹੜੀ ਮੈਂ ਪਹਿਲੇ ਕੀਤੀ, ਸਲਵਾਰ ਉਤਾਰ ਕੇ ਨਾ ਮੋਢੇ ਤੇ ਹੀ ਰੱਖ ਲਈ। ਉਹਨੇ ਕਿਹਾ ਜੀ ਇਹਨਾਂ ਨੇ ਤੇ ਪਹਿਲੀ ਬਾਜ਼ੀ ਸਾਡੇ ਨਾਲ ਇੰਝ ਕੀਤਾ ਸੀ, ਫਿਰ ਦੂਸਰੀ ਬਾਜ਼ੀ ਇੰਝ ਕੀਤਾ, ਫਿਰ ਤੀਸਰੀ ਬਾਜ਼ੀ ਠੰਡਾ ਹੋ ਗਿਆ, ਫਿਰ ਅਸੀਂ ਕਰਨਾ ਸ਼ੁਰੂ ਕਰਾਂਗੇ। ਮਾਫ ਨਹੀਂ ਯਾਰ, ਮੈਂ ਹੈਰਾਨ ਹਾਂ, ਮੰਨ ਗਿਆ ਯਾਰ ਲੋਕਾਂ ਦੀ ਸੋਚਾਂ ਨੂੰ। ਤੇ ਲਿਹਾਜ਼ਾ ਭਾਜਨ ਹੱਸਦੇ ਰਹਿਣ, ਮੁਸਕਰਾਉਂਦੇ ਰਹਿਣ। ਸੋਸ਼ਲ ਮੀਡੀਆ ਤੇ ਅੱਜ ਵੀ ਬੜੀ ਬਕਵਾਸ ਹੋ ਰਹੀ ਹੈ, ਠੀਕ ਹੈ। ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਤੇ ਨਾ ਹੀ ਅਸੀਂ ਦੇਣਾ ਹੈ, ਕਿਉਂਕਿ ਮੈਂ ਅੱਗੇ ਕਹਿਣਾ ਕੁਝ ਲੋਕ ਐਸੇ ਹੁੰਦੇ ਨੇ, ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਨਾ ਤੁਹਾਨੂੰ ਆਪਣੇ ਮਿਆਰ ਤੋਂ ਡਿੱਗਣਾ ਪੈਂਦਾ। ਤੇ ਅਸੀਂ ਕਹਿੰਦੇ ਕਿ ਯਾਰ ਇਹਨੂੰ ਸਕਰੋਲ ਕਰ ਦਿਓ, ਨਾ ਇਹਨੂੰ ਜਵਾਬ ਦਿਓ, ਇਹਨੂੰ ਸਕਰੋਲ ਕਰ ਦਿਓ, ਇਹਨਾਂ ਦੀ ਵੀਡੀਓ ਵੇਖੋ ਹੀ ਨਾ। ਕੋਈ ਕੁਛ ਕਹਿ ਰਿਹਾ ਯੂਨੀਵਰਸਿਟੀ ਬੰਦ ਹੋ ਗਈ ਹੈ, ਕੋਈ ਕਹਿ ਰਿਹਾ ਤਰੀਕ ਦੇ ਵਿੱਚ ਲਿਖਿਆ ਜਾਏਗਾ, ਫਿਰ ਕੋਈ ਤਰੀਕ ਦੇ ਵਿੱਚ ਇਹ ਵੀ ਲਿਖਿਆ ਜਾਏਗਾ ਕਿ ਖੀਰ ਨਹੀਂ ਪੱਚੀ, ਇਹ ਵੀ ਲਿਖਿਆ ਜਾਏਗਾ ਜੇ ਫਿਰ, ਠੀਕ ਹੈ ਨਾ। ਤਾਂ ਖੁਦਾ ਦਾ ਖੌਫ ਖਾਵੋ। ਅਸੀਂ ਬੜੀ ਜਗ੍ਹਾ ਲਿਹਾਜ਼ ਕੀਤਾ, ਜਦੋਂ ਲਾਹੌਰ ਦੇ ਉਸਤਾਦਾਂ ਦੀ ਜਾਂ ਕਿਸੇ ਦੀ ਗੱਲ ਆਏਗੀ ਨਾ, ਅਸੀਂ ਬੋਲਾਂਗੇ, ਕੋਈ ਬੋਲੇ ਜਾਂ ਨਾ ਬੋਲੇ, ਠੀਕ ਹੈ ਨਾ। ਅਗਰ ਕੋਈ ਕਹਿੰਦਾ ਨਾ ਜੀ ਛੱਡੋ ਪਰੇ, ਉਹ ਉਹਨਾਂ ਦਾ ਜ਼ਰਫ ਹੈਗਾ, ਜੇ ਸਾਡਾ ਜ਼ਰਫ ਹੈ। ਅਗਰ ਸਾਡੇ ਲਾਹੌਰ ਤੇ ਗੱਲ ਕੀਤੀ ਹੋਈ ਹੈ ਯਾਰ, ਖਾਣਾ ਖਰਾਬ ਦੇ ਬੱਚਿਓ, ਪੂਰੇ ਲਾਹੌਰ ਦੀ ਗੱਲ ਕਰਦੇ ਪਏ, ਉਹ ਬਾਜ਼ੀ ਤੁਹਾਡੀ ਇੱਕ ਨਾਲੇ ਦਿੱਤੀ, ਤੁਸੀਂ ਇੱਕ ਨਾਲੇ ਲੈਂਦੇ, ਤੇ ਤੁਸੀਂ ਭਾਜੀ ਪੂਰੇ ਲਾਹੌਰ ਦੀ ਗੱਲ ਕਰੋ।
ਹੈ। ਮੈਂ ਹੈਰਾਨ ਆ, ਫਿਰ ਸ਼ਰਮ ਹਿਆ ਹੈ ਹੀ ਨਹੀਂ ਲੋਕਾਂ ਦੇ ਵਿੱਚ। ਤੁਸੀਂ ਫਿਰ ਉਹ ਬੰਦੇ ਨੇ ਜਿਹਨੇ ਜੁੱਤੀ ਫੜ ਕੇ ਵੀਡੀਓ ਲਾਈ ਹੋਈ ਸੀ, ਉਹਨੂੰ ਕੀ ਮਿਲਿਆ ਮੈਨੂੰ ਦੱਸੋ? ਗਲਤ ਕਿੰਨੀ ਘਟੀਆ ਗੱਲ ਹੈਗੀ ਹੈ। ਉਹ ਭਾਰਤ ਤੂੰ ਅੱਲਾ ਦੇ ਬੰਦਿਆ ਤੂੰ ਸਾਹਮਣੇ ਹੋਵੇ, ਤੈਨੂੰ ਲੱਗ ਪਤਾ ਜਾਵੇ ਕਿ ਤੂੰ ਕੀਤਾ ਕੀ ਹੈ। ਤੇਰੇ ਆਪਣਿਆਂ ਦੇ ਤੈਨੂੰ ਕਿਸੇ ਨੇ ਨਹੀਂ ਕਿ ਸ਼ਰਮ ਦਿਵਾਈ ਕਿ ਤੂੰ ਇਹ ਵੀਡੀਓ ਕੋ ਬਣਾਉਣਾ ਪਿਆ। ਤੇ ਕੋ ਜਿਹੜਾ ਦੂਸਰਾ ਜਿਹਦੀ ਜ਼ੁਬਾਨ 'ਚ ਨਰਮੀ ਆਈ ਨਹੀਂ, ਆਪੀ ਰੱਬ ਪੁੱਛੇਗਾ ਇਹ ਖੰਜ਼ੀਰਾਂ ਨੂੰ। ਮੈਂ ਤਾਂ ਇਹੀ ਕਹਾਂਗਾ ਕਿ ਇਹਨਾਂ ਨੇ ਜਿਹੜਾ ਨੇ ਸ਼ੌਕ ਵੀ ਖਰਾਬ ਕੀਤਾ ਤੇ ਦੋ ਮੁਸਲਮਾਨਾਂ ਦੇ ਵਿੱਚ ਦਰਾਰਾਂ ਵੀ ਪਵਾਈਆਂ। ਜੇ ਅਸੀਂ ਕੋਈ ਇਹੋ ਜਿਹੀ ਵੀਡੀਓ ਬਣਾਈਏ ਜਾਂ ਅਸੀਂ ਉਦੋਂ ਬਣਾਈਏ ਜਦੋਂ ਉਹਨਾਂ ਨੇ ਉਸਤਾਦਾਂ ਦੇ ਉੱਤੇ ਬੋਲੇ ਨੇ, ਉਸਤਾਦਾਂ ਦੇ ਉੱਤੇ ਜੁੱਤੀਆਂ ਦੀਆਂ ਵੀਡੀਓ ਬਣਾਈਆਂ ਨੇ। ਲੱਖ ਦੀ ਲਾਣਤ ਹੈ, ਮੈਂ ਤਾਂ ਇੰਨੀ ਕਹਾਂਗਾ। ਮੇਰੇ ਕੋਲ ਤੇ ਜ਼ਿਆਦਾ ਬੋਲਣ ਵਾਸਤੇ ਅੱਜ ਅਲਫਾਜ਼ ਹੀ ਨਹੀਂ ਗਏ। ਇੱਕ ਮੁਖਤਸਰ ਜਿਹੀ ਗੱਲ ਹੈ, ਸ਼ੌਕ ਭਾਜਨ ਲਾਹੌਰ ਦਾ ਜਿਹੜਾ ਸੀ ਬਿਹਤਰੀਨ ਜਿਹੜਾ ਮੇਲਾ ਸਜਾਇਆ ਸੀ ਨਾ, ਇਹ ਲਾਹੌਰ ਦਾ ਹੀ ਕੰਮ ਹੈ ਜਿਹਨੇ ਲਾਹੌਰ 'ਤੇ ਸਜਾਇਆ। ਅਤੇ ਭਾਜਨ ਤੁਹਾਨੂੰ ਜਿਹੜੀ ਨਾ ਚੈਂਪੀਅਨਸ਼ਿਪ ਚਨਿਓੜ ਦੀ ਮੁਬਾਰਕ ਹੋਵੇ। ਸਾਡੇ ਜਿੱਥੇ ਉੱਡ ਰਹੇ ਨਾ ਸਾਨੂੰ ਫਖਰ ਹੈ, ਸਾਡੀ ਪੂਰੀ ਦੁਨੀਆ ਦੇ ਸਾਨੂੰ ਵੇਖਿਆ ਜਾ ਰਿਹਾ ਅਤੇ ਸੁਣਿਆ ਜਾ ਰਿਹਾ। ਇਹ 'ਚ ਕੋਈ ਸ਼ੱਕ ਨਹੀਂ। ਜਿਹੜਾ ਪਲੇਅਰ ਬੰਦਾ ਹੋਏਗਾ ਨਾ ਉਹਨੂੰ ਪਤਾ ਲੱਗ ਜਾਏਗਾ ਲਾਹੌਰ 'ਚ ਟੈਂਪਰੇਚਰ ਕੀ ਹੈ ਅਤੇ ਕਿਸ ਤਰ੍ਹਾਂ ਪਤਾ ਉਹਨਾਂ ਨੂੰ ਵੀ ਲੱਗ ਗਿਆ ਹੋਏਗਾ। ਅਤੇ ਉਹ ਵੀ ਇਹ ਚੀਜ਼ ਨੂੰ ਮੰਨਦੇ ਨੇ। ਸੋਸ਼ਲ ਮੀਡੀਆ ਨੇ ਬੜਾ ਕੰਮ ਖਰਾਬ ਕੀਤਾ ਹੈ। ਉਸਤਾਦ ਮਿੱਠੂ ਲਾਲੀ ਹੋਣੀ ਵੀ ਮੰਨਦੇ ਨੇ ਅਤੇ ਲਾਹੌਰੀਆਂ ਨੂੰ ਵੀ ਪਤਾ ਹੈ ਕਿ ਸੋਸ਼ਲ ਮੀਡੀਆ ਨੇ ਬਹੁਤਾ ਕੰਮ ਖਰਾਬ ਕੀਤਾ। ਲਿਹਾਜ਼ਾ ਭਾਜਨ ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਆਪਣੇ ਖਰਚੇ 'ਤੇ ਹੋ ਸਕੇ ਜਿੰਨੀ ਹੋ ਸਕੇ ਦਿਲਾਂ ਨੂੰ ਕੋਲ ਕਰ ਦਿਆ ਕਰੋ। ਮਤਲਬ ਇਹ ਜਿਹੜਾ ਵੀ ਕੰਮ ਹੋਇਆ ਨਾ ਉੱਪਰਲੇ ਲੈਵਲਾਂ 'ਤੇ ਹੋਇਆ, ਹਟ ਕੇ ਲੈਵਲਾਂ 'ਤੇ ਪਲੇਅਰਾਂ ਨੂੰ ਆਪਸ 'ਚ ਇੰਨੀ ਰੰਜਿਸ਼ ਪਾਈ ਨਹੀਂ ਸੀ ਜਿੰਨੀ ਕਿ ਤਕਲੀਫ ਆਡੀਅנס ਨੂੰ ਹੋਈ ਸੀ। ਠੀਕ ਹੈ ਨਾ। ਅਤੇ ਮੈਂ ਤਾਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਜਿੰਨੀ ਜਲਦੀ ਵੈਂਡਅਪ ਹੋ ਜਾਵੇ ਤਾਂ ਬਹੁਤ ਅੱਛੀ ਗੱਲ ਹੈ। ਹਾਲਾਂਕਿ ਸਾਡਾ ਵਿੱਚ ਕਿਰਦਾਰ ਹੀ ਕੋਈ ਨਹੀਂ, ਅਸੀਂ ਤਾਂ ਸਿਰਫ ਦੋ ਉਸਤਾਦਾਂ ਦਾ ਮੈਚ ਵੇਖ ਰਹੇ ਸੀ ਅਤੇ ਇੰਜੋਏ ਕਰ ਰਹੇ ਸੀ। ਪਰ ਮੈਨੂੰ ਨਜ਼ਰ ਆ ਰਿਹਾ ਸੀ ਕਿ ਇਹ ਮਾਮਲਾ ਕਿਸੇ ਹੋਰ ਪਾਸੇ ਜਾ ਰਿਹਾ। ਇੰਨੇ ਤੰਜ਼ ਯਾਰ, ਇੰਨੇ ਤੰਜ਼ ਖੁਦਾ ਦਾ ਹੋ ਵੀ ਨਹੀਂ ਆਇਆ। ਉਦੋਂ ਵੀ ਅਸੀਂ ਵੀ ਦਿਲ 'ਚ ਇਹੀ ਕਿਹਾ ਸੀ ਕਿ ਜਿੰਨੀ ਜਲਦੀ ਵੈਂਡਅਪ ਹੋ ਜਾਵੇ ਅੱਛੀ ਗੱਲ ਹੈ। ਉਹ ਲੋ ਜੀ ਇਖਤਤਾਮ ਤੱਕ ਪਹੁੰਚ ਹੀ ਨਹੀਂ ਸਕਿਆ, ਦਰਮਿਆਨ 'ਚ ਹੀ ਵੈਂਡਅਪ ਹੋ ਗਿਆ। ਅਤੇ ਜਾਣੇ ਯਾਰ ਹੀ ਅੱਜ ਇੰਝ ਸੀ ਪੂਰਾ ਸ਼ਹਿਰ ਜਿਵੇਂ ਲਾਹੌਰ ਹੀ ਖਾਲੀ ਹੋ ਗਿਆ। ਸਾਡੇ ਦਿਲ ਦੇ ਸਾਡੇ ਤੋਂ ਪੁੱਛ ਕੇ ਵੇਖੋ, ਕੋਈ ਬੰਦਾ ਲਾਹੌਰ 'ਚੋਂ ਗਿਆ ਉਸਤਾਦ ਮਿੱਠੂ ਲਾਲੀ ਹੋਣਾ ਦੀ ਸੀ ਉਹ ਕਲਿੱਪਸ ਵੇਖਿਆ, ਬੈਕ ਸ਼ੈਕ ਪੜੇ ਰਹੇ, ਨਹਾਇਤ ਹੀ ਦੁੱਖ ਲੱਗਾ ਯਾਰ, ਤਕਲੀਫ ਹੋਈ। ਮੈਂ ਤਾਂ ਤੁਹਾਨੂੰ ਇਹੀ ਗੱਲ ਕਹਾਂਗਾ ਕਿ ਇੰਝ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਮਹਿਮਾਨ ਨੂੰ ਫੜ ਕੇ ਬਾਹਰ ਦਰਵਾਜ਼ੇ ਤੱਕ ਲੈ ਕੇ ਗਏ ਹੋਏ ਵਾ ਅਤੇ ਉਹਨੂੰ ਕਿਹਾ ਹੋਇਆ ਭਾਜੀ ਤੁਸੀਂ ਜਾਓ, ਸਾਡੇ ਘਰ 'ਚ ਇੰਤਸ਼ਾਰ ਫੈਲੋ। ਲਿਹਾਜ਼ਾ ਮਿੱਠੂ ਭਾਈ, ਹਸਨ ਭਾਈ ਖੁਸ਼ ਰਹੋ। ਭਾਜਨ ਬੜਾ ਅੱਛਾ ਮੈਚ ਤੁਹਾਡਾ ਵੇਖਣ ਵਾਸਤੇ ਆਇਆ ਔਰ ਪਲੇਅਰ ਤੁਸੀਂ ਵੈਰੀ ਗੁੱਡ ਪਲੇਅਰ ਹੈਗੇ ਹੋ ਅਤੇ ਦੂਸਰਾ ਜਿਗਰੇ ਵਾਲੇ ਹੋ, ਦਲੇਰ ਹੈਗੇ ਹੋ। ਤੁਸੀਂ ਇਹ ਸਾਬਤ ਕਰਤਾ ਸੀ। ਪਰ ਕਬੂਤਰਬਾਜ਼ੀ ਨਾ ਲਾਹੌਰ ਦੀ ਘੱਟ ਹੈ ਅਤੇ ਨਾ ਚਨਿਓੜ ਦੀ ਘੱਟ ਹੈ। ਠੀਕ ਹੈ ਨਾ। ਬਾਕੀ ਅੱਲਾ ਖੈਰ ਕਰੇਗਾ। ਕਬੂਤਰਬਾਜ਼ ਫਿਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਅੱਲਾ ਹਾਫਿਜ਼।